ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਆਪਣਾ ਵਿਸ਼ਾ ਹੈ ਮੌਤ ਅਨੇਕਾਂ ਤਰੀਕਿਆਂ ਨਾਲ ਆਉਂਦੀ ਹੈ। ਮੌਤ ਦੇ ਕਈ ਰੂਪ ਹਨ। ਅੱਜ ਦਾ ਆਪਣਾ ਵਿਸ਼ਾ ਹੈ ਮੌਤ ਦੇ ਕਈ ਰੂਪ ਹਨ। ਮੌਤ ਅਨੇਕਾਂ ਤਰੀਕਿਆਂ ਨਾਲ ਆਉਂਦੀ ਹੈ। ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਪਾਵਨ ਪਵਿੱਤਰ ਮੁੱਖ ਵਾਕ ਹੈ, ਅਨਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮਹਿ ਆਏ। ਸਤਿਗੁਰਾਂ ਜੀ ਦਾ ਇਹ ਪਾਵਨ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਗ 685 ਤੇ ਆ 685। ਅਨਕ ਯਤਨ ਕਰ ਕਾਲ ਸੰਤਾਏ, ਮਰਨ ਰਖਾਏ ਮੰਡਲ ਮਹਿ ਆਏ। ਭਾਵ ਕਿ ਜਿੰਨੇ ਵੀ ਮਨੁੱਖ ਸੰਸਾਰ ਉੱਤੇ ਆਉਂਦੇ ਹਨ, ਬੇਸ਼ੱਕ ਉਹਨਾਂ ਦੇ ਜਨਮ ਲੈਣ ਦਾ ਤਰੀਕਾ ਇੱਕੋ ਹੀ ਹੈ। ਜਿੰਨੇ ਵੀ ਜੀਵ ਹਨ ਸੰਸਾਰ 'ਤੇ, ਬੇਸ਼ੱਕ ਉਹਨਾਂ ਦੇ ਜਨਮ ਲੈਣ ਦਾ ਤਰੀਕਾ ਇੱਕੋ ਹੀ ਹੈ। ਸਾਰੇ ਹੀ ਮਾਂ ਦੇ ਪੇਟ ਨੂੰ ਧਾਰਨ ਕਰਕੇ ਉਸ ਦੇ ਜਨਮਾਂਗ ਤੋਂ ਪੈਦਾ ਹੁੰਦੇ ਆ। ਮਾਂ ਦੇ ਜਨਮਾਂਗ ਰਾਹੀਂ ਪੈਦਾ ਹੁੰਦੇ ਆ। ਪਰ ਉਹਨਾਂ ਜੀਵਾਂ ਦੇ ਮਰਨ ਦਾ ਤਰੀਕਾ ਅਲੱਗ-ਅਲੱਗ ਹੈ। ਜੰਮਣ ਦਾ ਤਰੀਕਾ ਇੱਕੋ ਹੀ ਹੈ ਕਿ ਮਾਂ ਦੇ ਪੇਟ 'ਚੋਂ ਹੀ ਪੈਦਾ ਹੋਣਾ, ਬਸ, ਭਾਵੇਂ ਆਂਡੇ ਦੇ ਰਾਹੀਂ ਤੇ ਭਾਵੇਂ ਜੇਰਜ ਦੇ ਰਾਹੀਂ। ਪਰ ਹਰ ਜੀਵ ਦੇ ਮਰਨ ਦਾ ਤਰੀਕਾ ਅਲੱਗ-ਅਲੱਗ ਹੈ। ਉਹਨਾਂ ਜੀਵਾਂ ਨੂੰ ਮੌਤ ਅਨੇਕਾਂ ਤਰੀਕਿਆਂ ਨਾਲ ਆਉਂਦੀ ਹੈ ਅਤੇ ਜੀਵ ਕਈ ਤਰ੍ਹਾਂ ਨਾਲ ਮਰਦੇ ਹਨ। ਜਿਵੇਂ ਕੋਈ ਬਿਮਾਰ ਹੋ ਕੇ ਮਰਦਾ, ਕੋਈ ਐਕਸੀਡੈਂਟ ਨਾਲ ਮਰ ਜਾਂਦਾ, ਕਿਸੇ ਦਾ ਕਤਲ ਹੋ ਜਾਂਦਾ, ਕਿਸੇ ਨੂੰ ਦਿਲ ਦਾ ਦੌਰਾ ਪੈ ਜਾਂਦਾ ਅਤੇ ਕੋਈ ਆਤਮ ਹੱਤਿਆ ਕਰ ਲੈਂਦਾ, ਇਤਿਆਦਿਕ। ਬਹੁਤ ਸਾਰੇ ਤਰੀਕੇ ਹਨ ਮਨੁੱਖਾਂ ਦੇ ਮਰਨ ਦੇ। ਕੋਈ ਕਿੱਦਾਂ ਮਰਦਾ, ਕੋਈ ਕਿਵੇਂ ਮਰਦਾ, ਕੋਈ ਕਿਵੇਂ ਮਰਦਾ। ਇਸੇ ਕਰਕੇ ਗੁਰੂ ਜੀ ਕਹਿੰਦੇ ਹਨ ਕਿ ਜੀਵ ਜਦੋਂ ਇਸ ਦੁਨੀਆ ਉੱਤੇ ਆਉਂਦਾ ਹੈ ਤਾਂ ਆਪਣਾ ਮਰਨਾ ਪਹਿਲਾਂ ਲਿਖਾ ਕੇ ਆਉਂਦਾ ਹੈ। ਪਰਮਾਤਮਾ ਉਸ ਨੂੰ ਪੁੱਛਦੇ ਹਨ ਕਿ ਹੇ ਭਾਈ, ਤੂੰ ਦੁਨੀਆ ਉੱਤੇ ਚੱਲਿਆ ਤਾਂ ਹੈ, ਪਰ ਤੈਨੂੰ ਮੇਰੇ ਕੋਲ ਲਿਖੇ ਮੁਤਾਬਕ ਇਸ ਦਿਨ ਉੱਤੇ ਆਉਣਾ ਪਵੇਗਾ, ਇਸ ਦਿਨ ਉੱਤੇ ਵਾਪਸ ਆਉਣਾ ਪਵੇਗਾ। ਅਸੀਂ ਤੇਰੇ ਜਨਮ ਦੇ ਨਾਲ ਨਾਲ ਅੱਜ ਹੀ ਤੇਰੇ ਮਰਨ ਦਾ ਦਿਨ ਲਿਖ ਦਿੱਤਾ ਹੈ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਤਾਂ ਕਹਿੰਦੇ ਹਨ, ਅਨਕ ਯਤਨ ਕਰ ਕਾਲ ਸੰਤਾਏ। ਅਨੇਕਾਂ ਤਰੀਕਿਆਂ ਦੇ ਨਾਲ ਜਿਹੜਾ ਕਾਲ ਹੈ, ਜੋ ਮੌਤ ਹੈ, ਮਨੁੱਖ ਦੀ ਆਤਮਾ ਨੂੰ ਸਰੀਰ ਵਿੱਚੋਂ ਬਾਹਰ ਕੱਢਦੀ। ਸਤਾਈ ਮਤਲਬ ਮਾਰਨਾ ਜਾਂ ਆਤਮਾ ਨੂੰ ਬਾਹਰ ਕੱਢਣਾ ਸਰੀਰ ਦੇ ਵਿੱਚੋਂ। ਮਰਨ ਲਿਖਾਏ ਮੰਡਲ ਮੇ ਆਏ। ਬੰਦਾ ਜੰਮਦਾ ਮਗਰੋਂ ਆ ਜੀਵ, ਪਰ ਮਰਨਾ ਪਹਿਲਾਂ ਲਿਖਿਆ ਜਾਂਦਾ ਉਹਦਾ, ਹੈ ਨਾ। ਕਦੇ ਵੀ ਤਾਂ ਆਪਾਂ ਇਹ ਵਿਚਾਰ ਕਰਦੇ ਹਾਂ ਕਿ ਮੌਤ ਦੇ ਅਨੇਕ ਰੂਪ ਹਨ, ਬਹੁਤ ਰੂਪ ਹਨ, ਕਿਉਂਕਿ ਕਦੇ ਵੀ ਪਰਮਾਤਮਾ ਬੰਦੇ ਦੇ ਮਰਨ ਦਾ ਜ਼ਿੰਮਾ ਆਪਣੇ ਸਿਰ ਨਹੀਂ ਲੈਂਦਾ। ਤੇ ਅਸੀਂ ਵੀ ਕਦੇ ਵੀ ਪਰਮਾਤਮਾ ਨੂੰ ਦੋਸ਼ ਨਹੀਂ ਦਿੰਦੇ ਕਿ ਫਲਾਣਾ ਬੰਦੇ ਨੂੰ ਰੱਬ ਨੇ ਮਾਰਤਾ, ਕਿਉਂਕਿ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ
ਉਹ ਆਪਣੀ ਗਰੀਬੀ ਕਰਕੇ ਮਰ ਗਿਆ, ਉਹ ਆਪਣੀਆਂ ਹਰਕਤਾਂ ਕਰਕੇ ਮਰ ਗਿਆ, ਉਹਨੂੰ ਫਲਾਣੇ ਨੇ ਮਾਰ ਦਿੱਤਾ, ਉਹ ਐਕਸੀਡੈਂਟ ਦੇ ਨਾਲ ਮਰ ਗਿਆ, ਉਹ ਨਸ਼ੇ ਕਾਰਨ ਮਰ ਗਿਆ, ਹੈ ਨਾ। ਇਸ ਤਰ੍ਹਾਂ ਸਾਰੇ ਦੋਸ਼ ਮਨੁੱਖ ਦੇ ਵਿੱਚ ਹੀ ਰਹਿ ਜਾਂਦੇ ਆ ਮੌਤ ਦੇ। ਪਰਮਾਤਮਾ ਨੂੰ ਅਸੀਂ ਜੀਵ ਦੀ ਮੌਤ ਦਾ ਦੋਸ਼ ਨਹੀਂ ਦਿੰਦੇ, ਕਿਉਂਕਿ ਮੌਤ ਦੇ ਕਈ ਰੂਪ ਹਨ। ਕਈ ਤਰੀਕਿਆਂ ਨਾਲ ਮੌਤ ਨੇ ਬੰਦੇ ਨੂੰ ਲੈ ਕੇ ਜਾਣਾ ਇਸ ਦੁਨੀਆ ਤੋਂ। ਸੋ ਆਓ ਆਪਾਂ ਵਿਚਾਰ ਕਰੀਏ ਕਿ ਮਨੁੱਖ ਨੂੰ ਕਿੱਥੇ ਕਿੱਥੇ ਅਤੇ ਕਿਵੇਂ ਕਿਵੇਂ ਮੌਤ ਆਉਂਦੀ ਹੈ। ਇਹ ਸਾਰੀ ਵਿਚਾਰ ਆਪਾਂ ਦੋ ਪੰਗਤੀਆਂ ਦੀ, ਸਤਿਗੁਰਾਂ ਦੀ ਬਾਣੀ ਦੀਆਂ ਦੋ ਪੰਗਤੀਆਂ, ਅਨਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੇ ਆਏ। ਅਨਕ ਜਤਨ ਮਤਲਬ ਬਹੁਤ ਤਰੀਕੇ ਹਨ ਬੰਦੇ ਦੇ ਮਰਨ ਦੇ, ਬਹੁਤ ਕਾਰਨ ਹਨ ਬੰਦੇ ਦੇ ਮਰ ਜਾਣ ਦੇ। ਸੋ ਇਸ ਨੂੰ ਆਪਾਂ ਪ੍ਰਮਾਣਾ ਸਹਿਤ ਸਰਵਣ ਕਰਾਂਗੇ। ਸੋ ਪਹਿਲਾ ਪ੍ਰਮਾਣ ਆਪਾਂ ਸਰਵਣ ਕਰਾਂਗੇ ਕਿ ਬਰਮਾ ਦੀ ਸਭਾ ਦੇ ਵਿੱਚ ਇਸ ਤਰ੍ਹਾਂ ਹੋਇਆ। ਇੱਕ ਵਾਰ ਬਰਮਾ ਨੇ ਆਪਣੇ ਬ੍ਰਹਮ ਲੋਕ ਵਿੱਚ ਸਾਰੇ ਦੇਵਤਿਆਂ ਦੀ ਸਭਾ ਬੁਲਾਈ। ਉਸ ਸਭਾ ਦੇ ਵਿੱਚ ਸਾਰੇ ਦੇਵਤੇ ਆਪਣੇ ਆਪਣੇ ਸਾਧਨਾਂ ਉੱਤੇ ਸਵਾਰ ਹੋ ਕੇ ਆਏ। ਜਿਵੇਂ ਵਿਸ਼ਨੂੰ ਦੀ ਸਵਾਰੀ ਗਰੜ ਹੈ ਤਾਂ ਵਿਸ਼ਨੂੰ ਜੀ ਗਰੜ ਦੇ ਉੱਪਰ ਚੜ੍ਹ ਕੇ ਆਏ, ਤਾਂ ਸ਼ਿਵ ਜੀ ਦੀ ਜਿਵੇਂ ਸਵਾਰੀ ਬੈਲ ਹੈ, ਨੰਦੀ ਬੈਲ, ਉਹ ਨੰਦੀ ਬੈਲ ਦੇ ਉੱਤੇ ਚੜ੍ਹ ਕੇ ਆਏ। ਇਸੇ ਤਰ੍ਹਾਂ ਜਿਹੜਾ ਮੌਤ ਦਾ ਫਰਿਸ਼ਤਾ ਹੈ ਜਮਕਾਲ, ਉਹਦੀ ਸਵਾਰੀ ਸਾਂਢ ਹੈ, ਉਹ ਆਪਣੇ ਸਾਂਢ ਉੱਤੇ ਚੜ੍ਹ ਕੇ ਆਇਆ, ਕਾਲੇ ਰੰਗ ਦੇ ਸਾਂਢ ਉੱਤੇ ਚੜ੍ਹ ਕੇ ਆਇਆ। ਸਾਰਿਆਂ ਦੇ ਅਸਵਾਰ ਸਾਧਨ ਸਭਾ ਤੋਂ ਬਾਹਰ ਖੜੇ ਸਨ। ਜਿਵੇਂ ਅੱਜ ਕੱਲ੍ਹ ਅਸੀਂ ਮੀਟਿੰਗ 'ਤੇ ਜਾਂਦੇ ਹਾਂ ਤਾਂ ਆਪਣੀਆਂ ਕਾਰਾਂ ਅਸੀਂ ਬਾਹਰ ਪਾਰਕਿੰਗ ਕਰਦੇ ਹਾਂ, ਜਿੱਥੇ ਜਗ੍ਹਾ ਬਣੀ ਹੁੰਦੀ ਕਾਰ ਪਾਰਕਿੰਗ ਹੁੰਦੀ ਹੈ, ਅਸੀਂ ਉੱਥੇ ਆਪਦੀ ਕਾਰ ਨੂੰ ਪਾਰਕ ਕਰ ਦਿੰਦੇ ਹਾਂ। ਇਸੇ ਤਰ੍ਹਾਂ ਜਿਵੇਂ ਜਿਵੇਂ ਕੋਈ ਦੇਵਤਿਆਂ ਦੇ ਵਿੱਚੋਂ ਕੋਈ ਗਰੜ 'ਤੇ ਆਇਆ, ਕੋਈ ਸਾਂਢ 'ਤੇ ਆਇਆ, ਕੋਈ ਨੰਦੀ ਬੈਲ 'ਤੇ ਆਇਆ, ਜਿਵੇਂ ਜਿਵੇਂ ਕਿਸੇ ਦਾ ਕੋਈ ਸਾਧਨ ਸੀਗਾ ਆਉਣ ਦਾ, ਉਵੇਂ ਉਵੇਂ ਸਾਰਿਆਂ ਨੇ ਆਪਣੇ ਆਪਣੇ ਸਾਧਨਾਂ ਨੂੰ ਸਭਾ ਤੋਂ ਬਾਹਰ ਖੜੇ ਕਰ ਦਿੱਤਾ। ਜਿਵੇਂ ਅੱਜ ਕੱਲ੍ਹ ਮੀਟਿੰਗ ਵੇਲੇ ਅਸੀਂ ਕਾਰਾਂ ਪਾਰਕਿੰਗ ਕਰਦੇ ਹਾਂ। ਜਮਕਾਲ ਨੇ ਵੀ ਆਪਣਾ ਸਾਂਢ ਹਿੰਦੀ 'ਚ ਕਹਿੰਦੇ ਆ, ਜਿਹਨੂੰ ਭੈਂਸਾ ਵੀ ਕਹਿ ਦਿੰਦੇ ਆਪਾਂ, ਪੰਜਾਬੀ 'ਚ ਝੋਟਾ ਕਹਿ ਦਿੰਦੇ ਹਾਂ, ਬਾਹਰ ਇੱਕ ਪਾਸੇ ਖੜਾ ਕਰ ਦਿੱਤਾ। ਅਤੇ ਅੰਦਰ ਜਾਣ ਲੱਗਿਆਂ ਜਮਰਾਜ ਇੱਕ ਤੋਤੇ ਨੂੰ ਦੇਖ ਕੇ ਥੋੜ੍ਹਾ ਹੱਸਿਆ। ਉੱਥੇ ਇੱਕ ਟਹਿਣੀ ਦੇ ਉੱਪਰ ਤੋਤਾ ਬੈਠਾ ਸੀ, ਪੇੜ ਦੀ ਟਹਿਣੀ 'ਤੇ, ਅਤੇ ਉਸ ਨੂੰ ਦੇਖ ਕੇ ਜਮਰਾਜ ਥੋੜ੍ਹਾ ਜਿਹਾ ਹੱਸਿਆ, ਜੋ ਇੱਕ ਦਰਖਤ ਦੇ ਮੁੱਢ ਵਿੱਚ ਟਹਿਣੀ ਦੇ ਉੱਪਰ ਬੈਠਾ ਸੀ। ਗਰੜ ਨੇ ਦੇਖ ਲਿਆ, ਕਿਉਂਕਿ ਉੱਥੇ ਹੀ ਵਿਸ਼ਨੂੰ ਜੀ ਦਾ ਗਰੜ ਬੈਠਾ ਸੀ। ਗਰੜ ਨੇ ਦੇਖ ਲਿਆ ਕਿ ਜਮਰਾਜ ਤੋਤੇ ਨੂੰ ਦੇਖ ਕੇ ਹੱਸਿਆ। ਇਸ ਦਾ ਮਤਲਬ ਕਿ ਤੋਤੇ ਦੀ ਖੈਰ ਨਹੀਂ। ਜਿਸ ਨੂੰ ਮੌਤ ਦਾ ਦੇਵਤਾ ਦੇਖ ਲੈਂਦਾ ਨਾ, ਤਾਂ ਉਸ ਦੀ ਮੌਤ ਨਿਸ਼ਚਿਤ ਹੀ ਹੈ। ਮੈਨੂੰ ਇਸ ਤੋਤੇ ਦੀ ਮਦਦ ਕਰਨੀ ਚਾਹੀਦੀ ਹੈ। ਇਹ ਸੋਚ ਕੇ ਗਰੜ ਨੇ ਤੋਤੇ ਨੂੰ ਚੁੱਕਿਆ ਅਤੇ ਦੂਰ ਕਿਤੇ ਪਹਾੜਾਂ ਵਿੱਚ ਉਸ ਨੂੰ ਇੱਕ ਦਰਖਤ ਦੇ ਮੁੱਢ ਵਿੱਚ ਮੋਰੀ ਵਿੱਚ ਛੁਪਾ ਦਿੱਤਾ। ਉਸਨੇ ਸੋਚਿਆ ਕਿ ਇਹ ਤੋਤਾ ਇੱਥੇ ਸੁਰੱਖਿਅਤ ਰਹੇਗਾ, ਇਹ ਤੋਤਾ ਇੱਥੇ ਸੁਰੱਖਿਅਤ ਰਹੇਗਾ। ਜਦ ਸਭਾ ਖਤਮ ਹੋਈ ਤਾਂ ਜਮਰਾਜ ਬਾਹਰ ਨਿਕਲ ਕੇ ਇੱਧਰ ਉੱਧਰ ਦੇਖਦਾ। ਇਹ ਦੇਖ ਕੇ ਗਰੜ ਨੇ ਆਖਿਆ, ਹੇ ਜਮਰਾਜ ਜੀ, ਕੀ ਦੇਖਦੇ ਹੋ? ਜਿਸ ਨੂੰ ਤੁਸੀਂ ਲੱਭਦੇ ਹੋ ਨਾ, ਉਸ ਨੂੰ ਮੈਂ ਦੂਰ ਕਿਤੇ ਛੁਪਾ ਆਇਆ। ਹੁਣ ਤੁਸੀਂ ਉਸ ਨੂੰ ਮਾਰ ਨਹੀਂ ਸਕੋਗੇ। ਮੈਂ ਪਹਿਲਾਂ ਦੇਖ ਲਿਆ ਸੀ ਕਿ ਜਦੋਂ ਤੁਸੀਂ ਉਸ ਨੂੰ ਦੇਖ ਕੇ ਹੱਸੇ ਸੀ ਨਾ, ਇਸ ਲਈ ਮੈਂ ਉਸ ਤੋਤੇ ਨੂੰ ਕਿਤੇ ਛੱਡ ਆਇਆ। ਜਮਰਾਜ ਨੇ ਕਿਹਾ, ਹੇ ਗਰੜ, ਇਸ ਕਰਕੇ ਤਾਂ ਮੈਂ ਉਸ ਤੋਤੇ ਨੂੰ ਦੇਖ ਕੇ ਹੱਸਿਆ ਸੀ ਕਿ ਇਸ ਦੀ ਮੌਤ ਤਾਂ ਕਿਤੇ ਹੋਰ ਲਿਖੀ ਹੈ, ਇਹ ਇੱਥੇ ਕਿਵੇਂ ਬੈਠਾ? ਇਸ ਨੂੰ ਉੱਥੇ ਕੌਣ ਪਹੁੰਚਾਏਗਾ? ਹੇ ਗਰੜ ਜੀ,
ਤੁਸੀਂ ਮੇਰੀ ਮੁਸ਼ਕਿਲ ਆਸਾਨ ਕਰ ਦਿੱਤੀ ਹੈ। ਜਿਸ ਦਰਖਤ ਦੇ ਮੁੱਢ ਵਿੱਚ ਤੁਸੀਂ ਉਸ ਨੂੰ ਛੱਡ ਕੇ ਆਏ ਹੋ ਨਾ, ਉਸ ਦਰਖਤ ਦੀ ਖੁੱਡ ਦੇ ਵਿੱਚ ਸੱਪ ਬੈਠਾ ਅਤੇ ਉਸ ਨੇ ਤੋਤੇ ਨੂੰ ਖਾਣਾ ਹੈ ਅਤੇ ਉਸ ਸੱਪ ਦੇ ਰਾਹੀਂ ਉਸ ਦੀ ਮੌਤ ਹੋਣੀ ਸੀ। ਸੋ ਜਿਹੜੇ ਤੋਤੇ ਨੂੰ ਤੁਸੀਂ ਮੌਤ ਤੋਂ ਬਚਾ ਕੇ ਛੱਡ ਕੇ ਆਏ ਹੋ, ਉਹ ਤੋਤਾ ਤਾਂ ਕਦੋਂ ਦਾ ਮੌਤ ਦਾ ਗਰਾਸ ਬਣ ਚੁੱਕਿਆ। ਸੋ ਸੰਗਤ ਜੀ, ਇਸ ਤਰ੍ਹਾਂ ਮਨੁੱਖ ਮੌਤ ਕੋਲੋਂ ਕਿਸੇ ਵੀ ਤਰੀਕੇ ਨਾਲ ਨਹੀਂ ਬਚ ਸਕਦਾ, ਚਾਹੇ ਉਹ ਬਚਣ ਦੇ ਕਿਤਨੇ ਹੀ ਇੰਤਜ਼ਾਮ ਕਰ ਲਵੇ। ਕਿਸੇ ਨੂੰ ਕੋਈ ਪਤਾ ਨਹੀਂ ਕਿ ਸਾਡੀ ਮੌਤ ਕਦੋਂ, ਕਿੱਥੇ ਅਤੇ ਕਿਵੇਂ ਆਉਣੀ ਹੈ। ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਕਿ ਕਿਆ ਜਾਣਾ ਕਿਵ ਮਰਹਿੰਗੇ, ਕੈਸਾ ਮਰਨਾ ਹੋਏ। ਕੋਈ ਪਤਾ ਨਹੀਂ ਅਸੀਂ ਕਿਵੇਂ ਮਰਨਾ, ਕਿਸ ਤਰ੍ਹਾਂ ਮਰਨਾ ਹੈ ਤੇ ਕਿੱਥੇ ਮਰਨਾ ਤੇ ਕਦੋਂ ਮਰਨਾ ਹੈ। ਸੋ ਇਸ ਪ੍ਰਥਾ ਇੱਕ ਹੋਰ ਪ੍ਰਮਾਣ ਹੈ ਪ੍ਰਤੱਖ। ਇਹ ਗੱਲ 1977 ਦੀ ਹੈ, 1977। ਰਾਜਸਥਾਨ ਦੇ ਇੱਕ ਅਖਬਾਰ ਦੇ ਵਿੱਚ ਇੱਕ ਖਬਰ ਛਪੀ ਸੀ 1977 ਦੇ ਵਿੱਚ। 1977 ਵਿੱਚ ਰਾਜਸਥਾਨ ਦੇ ਇੱਕ ਅਖਬਾਰ ਵਿੱਚ ਖਬਰ ਛਪੀ ਸੀ। ਬਾਅਦ ਵਿੱਚ ਉਹ ਪੰਜਾਬ ਦੇ ਅਖਬਾਰਾਂ ਵਿੱਚ ਵੀ ਛਪੀ ਸੀ। ਉਸ ਸਮੇਂ ਪੰਜਾਬ ਦਾ ਅਕਾਲੀ ਪੱਤਰਕਾਰ ਮਸ਼ਹੂਰ ਹੁੰਦਾ ਸੀ, ਉਹਦੇ ਵਿੱਚ ਵੀ ਖਬਰ ਆਈ ਸੀ ਇਹ ਕਿ ਬੀਕਾਨੇਰ ਸ਼ਹਿਰ ਵਿੱਚ ਇੱਕ ਪਤੀ ਪਤਨੀ ਬੀਕਾਨੇਰ ਦੇ ਸ਼ਹਿਰ ਵਿੱਚ ਇੱਕ ਪਤੀ ਪਤਨੀ ਆਪਣੇ ਸਕੂਟਰ ਉੱਤੇ ਬੈਠ ਕੇ ਬਾਜ਼ਾਰ ਵੱਲ ਜਾ ਰਹੇ ਸਨ। ਔਰਤ ਆਪਣੇ ਪਤੀ ਦੇ ਪਿੱਛੇ ਬੈਠੀ ਸੀ। ਅਚਾਨਕ ਇੱਕ ਸੱਪ ਉਸ ਔਰਤ ਦੀ ਝੋਲੀ ਵਿੱਚ ਆ ਡਿੱਗਿਆ ਅਤੇ ਉਸ ਨੇ ਡਿੱਗਦਿਆਂ ਸਾਰ ਹੀ ਔਰਤ ਨੂੰ ਡੰਗ ਮਾਰਤਾ ਅਤੇ ਉਹ ਔਰਤ ਉੱਥੇ ਥਾਂ ਹੀ ਮਰ ਗਈ। ਹੋਇਆ ਇਸ ਤਰ੍ਹਾਂ ਸੀ ਕਿ ਅਸਮਾਨ ਵਿੱਚ ਇੱਕ ਬਾਜ ਆਪਣੇ ਪੈਰਾਂ ਵਿੱਚ ਫੜ ਕੇ ਇੱਕ ਸੱਪ ਨੂੰ ਲੈ ਜਾ ਰਿਹਾ ਸੀ ਕਿ ਉਸ ਦੇ ਪੈਰਾਂ ਵਿੱਚੋਂ ਉਹ ਸੱਪ ਛੁੱਟ ਗਿਆ ਅਤੇ ਸਕੂਟਰ ਉੱਤੇ ਜਾਂਦੀ ਔਰਤ ਦੀ ਝੋਲੀ ਵਿੱਚ ਆ ਡਿੱਗਿਆ ਅਤੇ ਬਾਜ ਦੀਆਂ ਨੌਂਦਰਾਂ ਦੇ ਦਰਦ ਦੇ ਮਾਰੇ ਨੇ ਔਰਤ ਨੂੰ ਡੰਗ ਮਾਰ ਦਿੱਤਾ ਅਤੇ ਉਹ ਮਰ ਗਈ। ਇਸੇ ਕਰਕੇ ਇਸ ਸਤਿਗੁਰੂ ਪਾਤਸ਼ਾਹ ਜੀ, ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਇੱਕ ਬਚਨ ਹੈ ਕਿ ਜਲ ਕਹਾਂ ਥਲ ਕਹਾਂ ਗगन के गौण कहाँ, काल के बनाए सब काल ही चबाहेंगे। ਅਕਾਲ ਉਸਤਤ ਦਾ ਬਚਨ ਹੈ ਸਤਿਗੁਰੂ ਜੀ ਦਾ, ਕਲੀਆਂ ਵਾਲੇ ਪਾਤਸ਼ਾਹ ਦਾ, ਜਿਸ ਦਾ ਅਰਥ ਹੈ ਕਿ ਇਸ ਦਾ ਅਰਥ ਹੈ ਕਿ ਜਲ ਕਹਾਂ ਥਲ ਕਹਾਂ ਗगन के गौण कहाँ, काल के बनाए सब काल ही चबाहेंगे। ਭਾਵ ਕਿ ਕਿੱਥੇ ਧਰਤੀ ਉੱਤੇ ਰੇਂਗ ਕੇ ਚੱਲਣ ਵਾਲਾ ਸੱਪ, ਕਿੱਥੇ ਅਸਮਾਨ ਵਿੱਚ ਉੱਡਣ ਵਾਲਾ ਬਾਜ, ਕਿੱਥੇ ਬੀਕਾਨੇਰ ਸ਼ਹਿਰ ਦਾ ਬਾਜ਼ਾਰ, ਉਸ ਔਰਤ ਦੇ ਜੀਵਨ ਅੰਤ ਨੂੰ ਅਮਲੀ ਰੂਪ ਦੇਣ ਵਾਸਤੇ, ਉਸ ਔਰਤ ਦੇ ਜੀਵਨ ਦੇ ਅੰਤ ਨੂੰ ਅਮਲੀ ਰੂਪ ਦੇਣ ਵਾਸਤੇ ਕੁਦਰਤ ਨੇ ਬਾਜ ਨੂੰ ਪ੍ਰੇਰਨਾ ਕੀਤੀ ਤਾਂ ਬਾਜ ਨੇ ਸੱਪ ਨੂੰ ਪਤਾ ਨਹੀਂ ਕਿੱਥੋਂ ਚੁੱਕਿਆ ਹੋਣਾ ਅਤੇ ਔਰਤ ਦੀ ਝੋਲੀ ਵਿੱਚ ਲਿਆ ਸੁੱਟਿਆ, ਕਿਉਂਕਿ ਉਸ ਸੱਪ ਦੇ ਰਾਹੀਂ ਹੀ ਉਸ ਔਰਤ ਦੀ ਮੌਤ ਹੋਣੀ ਸੀ। ਸੋ ਇਸ ਤਰ੍ਹਾਂ ਇਹ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਜਿਹੜਾ ਬਚਨ ਹੈ ਨਾ, ਇਸ ਨਿਊਜ਼ ਦੇ ਨਾਲ ਬਿਲਕੁਲ ਢੁਕਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਹਨ ਕਿ ਕਾਲ ਕੇ ਬਣਾਏ ਸਭੈ ਕਾਲ ਹੀ ਚਬਾਹੇਂਗੇ। ਮਤਲਬ ਕਿ ਕਾਲ ਦੇ ਰਾਹੀਂ ਖਤਮ ਹੋਣ ਵਾਲੇ ਜੀਵਾਂ ਨੂੰ ਇੱਕ ਦਿਨ ਕਾਲ ਨੇ ਹੀ ਖਤਮ ਕਰ ਦੇਣਾ ਹੈ ਅਤੇ ਕਾਲ ਦੇ ਬਹਾਨੇ ਦੇ ਨਾਲ ਹੀ, ਕਾਲ ਹੀ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਜੀਵ ਨੂੰ ਖਾ ਜਾਂਦਾ। ਕਾਲ ਕੇ ਬਣਾਏ ਸਭੇ ਕਾਲ ਹੀ ਚਬਾਏਂਗੇ। ਕਾਲ ਨੇ ਬਣਾਏ ਹੈ ਅਤੇ
ਇੱਕ ਦਿਨ ਕਾਲ ਦੀ ਹੀ ਗਰਾਸ ਅਸੀਂ ਬਣ ਜਾਣਾ ਕਿਸੇ ਨਾ ਕਿਸੇ ਬਹਾਨੇ ਦੇ ਨਾਲ। ਜਿਵੇਂ ਆਪਾਂ ਪ੍ਰਮਾਣ ਲਈਏ ਅਸ਼ਮੀਤ ਸਿੰਘ ਦਾ। ਅਸ਼ਮੀਤ ਸਿੰਘ ਇੱਕ ਸਿੰਗਰ ਹੋਇਆ, ਵੌਇਸ ਆਫ ਇੰਡੀਆ ਅਤੇ ਜੋ ਜੀਤਾ ਵੋਹੀ ਸਿਕੰਦਰ ਦਾ ਸੁਪਰਸਟਾਰ ਸੀ। ਉਹ ਜੋ ਜੀਤਾ ਵੋਹੀ ਸੁਪਰਸਟਾਰ, ਵਿਨਰ ਸਿੰਗਰ ਔਨ ਦਾ ਸਟਾਰ ਪਲੱਸ TV ਸ਼ੋ, ਅਮੁਲ ਸਟਾਰ, ਵੌਇਸ ਆਫ ਇੰਡੀਆ ਐਂਡ ਜੋ ਜੀਤਾ ਵੋਹੀ ਸੁਪਰਸਟਾਰ। ਇਸ਼ਮੀਤ ਸਿੰਘ ਇਸ ਵਿਨਰਜ਼ ਦਾ ਉਸਨੇ ਉਹ ਵਿਨਰਜ਼ ਹੋਇਆ ਸੀ, ਵੌਇਸ ਆਫ ਇੰਡੀਆ ਦਾ ਸੁਪਰਸਟਾਰ ਸੀ। ਉਹ ਨੰਬਰ 1 ਜੇਤੂ ਹੋਇਆ। ਸਰਦਾਰ ਅਸ਼ਮੀਤ ਸਿੰਘ ਸੋਢੀ ਸੰਗੀਤ ਦਾ ਮੁਕਾਬਲਾ ਜਿੱਤ ਕੇ ਜਦੋਂ ਆਪਣੇ ਘਰ ਲੁਧਿਆਣੇ ਵਿਖੇ ਬੜੇ ਆਰਾਮ ਨਾਲ ਰਹਿ ਰਿਹਾ ਸੀ ਅਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਅਤੇ ਆਪਣੇ ਮਾਂ-ਬਾਪ ਦੇ ਨਾਲ ਆਪਣੀਆਂ ਜਿੱਤ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਿਹਾ ਸੀ, ਇੱਕ ਸੰਗੀਤ ਕੰਪਨੀ ਦੇ ਕਹਿਣ 'ਤੇ ਉਹ ਮੁੰਬਈ ਗਿਆ। ਉੱਥੇ ਉਸਦੇ ਦੋਸਤਾਂ ਨੇ ਦੂਜੇ ਦਿਨ ਹੀ ਮਾਲਦੀਵ ਜਾਣ ਦਾ ਪ੍ਰੋਗਰਾਮ ਬਣਾ ਲਿਆ ਅਤੇ ਮਾਲਦੀਵ ਪਹੁੰਚ ਕੇ ਦੂਜੇ ਦਿਨ ਦੀ ਰਾਤ ਵਾਲੀ ਸਵੇਰ ਨੂੰ ਹਨੇਰੇ ਹੀ, ਕਿਉਂਕਿ ਪੰਜਾਬੀਆਂ ਨੂੰ ਥੋੜ੍ਹੀ ਜਿਹੀ ਜਲਦੀ ਉੱਠਣ ਦੀ ਆਦਤ ਹੁੰਦੀ ਹੈ, ਅਸੀਂ ਅੰਮ੍ਰਿਤ ਵੇਲਾ ਕਹਿ ਦਿੰਦੇ ਹਾਂ, ਥੋੜ੍ਹਾ ਜਲਦੀ ਉੱਠ ਕੇ ਇਸ਼ਨਾਨ ਪਾਣੀ ਕਰਦੇ ਹਾਂ, ਪਾਠ ਪੂਜਾ ਕਰ ਲੈਂਦੇ ਹਾਂ। ਅਸ਼ਮੀਤ ਸਿੰਘ ਗੁਰਸਿੱਖ ਸੀ, ਦਾੜੀ ਕੇਸ ਰੱਖੇ ਸਨ, ਦਸਤਾਰ ਸਜਾਉਂਦਾ ਸੀ, ਬਾਣੀ ਦਾ ਪਾਠ ਕਰਦਾ ਸੀ। ਤਾਂ ਉਹ ਸਵੇਰੇ ਸਵੇਰੇ ਉੱਠਿਆ, ਜਿਸ ਵੇਲੇ ਕੋਈ ਨਹੀਂ ਉੱਠਿਆ ਹੁੰਦਾ। ਅਸ਼ਮੀਤ ਸਿੰਘ ਆਪਣੇ ਬਿਸਤਰੇ ਤੋਂ ਉੱਠਿਆ ਅਤੇ ਇਸ਼ਨਾਨ ਕਰਨ ਵਾਸਤੇ ਸਵੀਮਿੰਗ ਪੂਲ ਵਿੱਚ ਜਾ ਵੜਿਆ। ਇਸ ਤੋਂ ਬਾਅਦ ਵਾਲੀ ਕਹਾਣੀ ਤਾਂ ਅਸ਼ਮੀਤ ਸਿੰਘ ਹੀ ਜਾਣਦਾ ਜਾਂ ਰੱਬ ਜਾਣਦਾ ਕਿ ਉਸ ਦੀ ਮੌਤ ਪਾਣੀ ਵਿੱਚ ਪੈਰ ਤਿਲਕਣ ਕਰਕੇ ਹੋਈ ਜਾਂ ਉਸ ਨੂੰ ਕਿਸੇ ਨੇ ਜਾਣ ਬੁੱਝ ਕੇ ਪਾਣੀ ਵਿੱਚ ਡੁਬੋ ਕੇ ਮਾਰਤਾ। ਇਹ ਗੱਲ ਵੱਖਰੀ ਹੈ, ਇਹ ਡਿਫਰੈਂਟ ਮੈਟਰ ਹੈ। ਪਰ ਸਵੇਰੇ ਵਰਕਰਾਂ ਨੇ ਉਸ ਦੀ ਲਾਸ਼ ਨੂੰ ਪਾਣੀ ਉੱਤੇ ਤੈਰਦਿਆਂ ਹੋਇਆ ਦੇਖਿਆ। ਸਾਰੇ ਦੇਸ਼ ਵਿੱਚ ਖਬਰ ਫੈਲ ਗਈ ਕਿ ਅਸ਼ਮੀਤ ਸਿੰਘ ਦੀ ਮਾਲਦੀਵ ਵਿੱਚ ਸਵੀਮਿੰਗ ਪੂਲ ਵਿੱਚ ਡੁੱਬ ਕੇ ਮੌਤ ਹੋ ਗਈ। ਹੁਣ ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਇਨਸਾਨ ਕਿਤੇ ਵੀ ਰਹਿੰਦਾ ਹੋਵੇ, ਪਰ ਜਿਸ ਥਾਂ ਉੱਤੇ ਉਸ ਦੀ ਮੌਤ ਲਿਖੀ ਹੁੰਦੀ ਹੈ ਉੱਥੇ ਜੀਵ ਹਰ ਹਾਲ ਵਿੱਚ ਪਹੁੰਚ ਜਾਂਦਾ ਹੈ। ਦੇਖੋ, ਕਿੱਥੇ ਲੁਧਿਆਣਾ, ਕਿੱਥੇ ਮੁੰਬਈ, ਕਿੱਥੇ ਮਾਲਦੀਵ। ਅਕਸਰ ਮੌਤ ਨੇ ਅਸ਼ਮੀਤ ਨੂੰ ਪਲਾਂ ਵਿੱਚ ਹੀ ਇੰਨਾ ਲੰਬਾ ਸਫ਼ਰ ਕਰਕੇ ਮਾਲਦੀਵ ਵਿੱਚ ਉਸ ਤਲਾਅ ਕੋਲ ਪਹੁੰਚਾ ਦਿੱਤਾ ਜਿੱਥੇ ਉਸ ਦੀ ਮੌਤ ਲਿਖੀ ਸੀ, ਜਿੱਥੇ ਉਸ ਦੀ ਮੌਤ ਦਾ ਹੋਣਾ ਨਿਸ਼ਚਿਤ ਹੋਇਆ ਸੀ। ਇੱਥੇ ਵੀ ਗੁਰਬਾਣੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਾਕ ਸੱਤ ਨਜ਼ਰ ਆਉਂਦੇ ਆ। ਇੱਥੇ ਵੀ ਗੁਰਬਾਣੀ ਦੇ ਵਾਕ ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਾਕ ਸੱਤ ਨਜ਼ਰ ਹੁੰਦੇ ਆਉਂਦੇ ਆ। ਜਿਵੇਂ ਗੁਰਬਾਣੀ ਦਾ ਵਾਕ ਹੈ, ਅਨਕ ਯਤਨ ਕਰ ਕਾਲ ਸੰਤਾਏ। ਅਨੇਕਾਂ ਤਰੀਕਿਆਂ ਨਾਲ ਮਨੁੱਖ ਨੂੰ ਮੌਤ ਹੁੰਦੀ ਹੈ। ਮਰਨ ਲਿਖਾਏ ਮੰਡਲ ਮੇ ਆਏ। ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿੰਦੇ ਹਨ, ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ, ਕਾਲ ਕੇ ਬਣਾਏ ਸਭ ਕਾਲ ਹੀ ਚਬਾਏਂਗੇ। ਕਿੱਥੇ ਲੁਧਿਆਣਾ, ਫਿਰ ਲੁਧਿਆਣੇ ਤੋਂ ਬੰਬੇ ਗਿਆ, ਬੰਬੇ ਤੋਂ ਮਾਲਦੀਵ ਗਿਆ, ਮਾਲਦੀਵ ਤੋਂ ਸਵੇਰੇ ਉਸ ਨੂੰ ਕਰਨੀ ਨੇ ਉਠਾਇਆ ਅਤੇ ਉਹ ਸਵੀਮਿੰਗ ਪੂਲ ਵਿੱਚ ਜਾ ਵੜਿਆ। ਸਵੀਮਿੰਗ ਪੂਲ ਵਿੱਚ ਉਸ ਦੀ ਮੌਤ ਹੋ ਗਈ। ਕਿਸ ਤਰ੍ਹਾਂ ਪਰਮਾਤਮਾ ਮੇਲ ਬਣਾਉਂਦਾ ਸਮੇਂ ਦੇ। ਸੋ ਇਸ ਤਰ੍ਹਾਂ ਜਿਹੜੀ ਮੌਤ ਹੈ ਨਾ ਭਾਈ, ਉਹ ਬਹੁਤ ਤਰੀਕਿਆਂ ਦੇ ਨਾਲ ਆਉਂਦੀ ਹੈ ਮਨੁੱਖ ਨੂੰ। ਇੱਕ ਤਰੀਕਾ ਨਹੀਂ ਮਨੁੱਖ ਦੇ ਮਰ ਜਾਣ ਦਾ। ਜੋ ਪ੍ਰਮਾਤਮਾ ਨੇ ਘੜੀ ਪਲ ਮਨੁੱਖ ਦੇ ਮਰਨ ਦੇ ਲਿਖੇ ਹਨ, ਕਿਸੇ ਦੇ ਰਾਹੀਂ ਬੰਦੇ ਦੀ ਮੌਤ ਹੋਣੀ ਹੈ, ਕਿਸੇ ਦੇ ਰਾਹੀਂ ਬੰਦੇ ਦਾ ਜੀਵਨ ਹੋਣਾ, ਇਹ ਸਾਰਾ ਪ੍ਰਮਾਤਮਾ ਨੇ ਲਿਖ ਕੇ ਬਣਾਇਆ ਹੋਇਆ ਹੈ ਕਿ ਕਿਹੜੇ ਬੰਦੇ। ਅਸੀਂ ਕਹਿੰਦੇ ਨੇ ਫਲਾਣੇ ਬੰਦੇ ਨੇ ਫਲਾਣੇ ਨੂੰ ਮਾਰਤਾ। ਠੀਕ ਹੈ, ਸਾਨੂੰ ਦੁਨਿਆਵੀ ਤੌਰ 'ਤੇ, ਸਮਾਜਿਕ ਤੌਰ 'ਤੇ ਇਹ ਬਹੁਤ ਇੱਕ ਬੜਾ ਵੱਡਾ ਅਪਰਾਧ ਹੁੰਦਾ ਹੈ ਬੰਦੇ ਨੂੰ ਮਾਰਨਾ, ਪਰ ਉਸ ਦੀ ਮੌਤ ਪਰਮਾਤਮਾ ਨੇ ਉਸ ਦੇ ਹੱਥੋਂ ਲਿਖੀ ਹੁੰਦੀ ਹੈ। ਜਿਵੇਂ ਆਪਾਂ ਇੱਕ ਪ੍ਰਮਾਣ ਲੈ ਲਈਏ
ਕਿ ਇੱਕ ਮਨੁੱਖ ਨੇ ਵੈਦ ਹਕੀਮੀ ਦੇ ਬਹੁਤ ਗ੍ਰੰਥ ਪੜ੍ਹੇ ਅਤੇ ਕਿਸੇ ਪਹੁੰਚੇ ਹੋਏ ਹਕੀਮ ਕੋਲੋਂ ਹਕੀਮੀ ਦੀ ਵਿੱਦਿਆ ਹਾਸਲ ਕੀਤੀ ਅਤੇ ਆਪਣੇ ਘਰ ਆ ਗਿਆ। ਫਿਰ ਉਸਨੇ ਆਪਣੀ ਹਕੀਮੀ ਨੂੰ ਜਗਤ ਵਿੱਚ ਪ੍ਰਸਿੱਧ ਕਰਨ ਵਾਸਤੇ ਪਰਮਾਤਮਾ ਦੇ ਨਾਮ ਦੀ ਤਪੱਸਿਆ ਕੀਤੀ। ਉਸ ਮਨੁੱਖ ਨੇ ਕਿਸੇ ਹਕੀਮ ਕੋਲੋਂ ਚੰਗੀ ਹਕੀਮੀ ਦੀ ਵਿੱਦਿਆ ਹਾਸਲ ਕੀਤੀ, ਚੰਗੇ ਹਿਕਮਤ ਦੇ ਗ੍ਰੰਥ ਪੜ੍ਹੇ ਅਤੇ ਫਿਰ ਉਸਨੇ ਆਪਣੇ ਆਪ ਨੂੰ ਮਸ਼ਹੂਰ ਹੋਣ ਵਾਸਤੇ, ਆਪਣੀ ਦਵਾ ਦੇ ਵਿੱਚ ਪਰਮਾਤਮਾ ਦੀ ਬਰਕਤ ਪਵਾਉਣ ਵਾਸਤੇ ਫਿਰ ਉਹਨੇ ਤਪੱਸਿਆ ਕੀਤੀ। ਲੋਕਾਂ ਦਾ ਪਹਿਲਾਂ ਪਰਮਾਤਮਾ 'ਤੇ ਬਹੁਤ ਵਿਸ਼ਵਾਸ ਹੁੰਦਾ ਸੀ। ਹਰ ਕੰਮ ਦੇ ਵਿੱਚ ਪਰਮਾਤਮਾ ਦੀ ਮਰਜ਼ੀ, ਪਰਮਾਤਮਾ ਦੀ ਸ਼ਕਤੀ ਮਹਿਸੂਸ ਕਰਦੇ ਸਨ ਅਤੇ ਜ਼ਰੂਰੀ ਸਮਝਦੇ ਸਨ ਲੋਕ। ਸੋ ਉਹ ਬਹੁਤ ਸਮਾਂ ਤਪੱਸਿਆ ਕਰਦਾ ਰਿਹਾ ਅਤੇ ਆਖਰ ਨੂੰ ਪਰਮਾਤਮਾ ਨੇ ਪ੍ਰਗਟ ਹੋ ਕੇ ਆਖਿਆ ਵੀ ਹੇ ਤਪੱਸਵੀ, ਮੰਗ, ਕੀ ਮੰਗਦਾ, ਤੇਰੀ ਕੀ ਇੱਛਾ? ਤਾਂ ਉਸ ਵੈਦ ਨੇ ਆਖਿਆ, ਹੇ ਪ੍ਰਭੂ, ਮੈਂ ਹਕੀਮੀ ਦੀ ਵਿੱਦਿਆ ਹਾਸਲ ਕੀਤੀ ਆ ਅਤੇ ਹਿਕਮਤ ਦੇ ਬਹੁਤ ਸਾਰੇ ਗ੍ਰੰਥ ਵੀ ਪੜ੍ਹੇ ਹਨ। ਮੈਂ ਇੱਕ ਕਾਬਲ ਵੈਦ ਬਣਨਾ ਚਾਹੁੰਦਾ। ਮੈਂ ਚਾਹੁੰਦਾ ਕਿ ਧਨੰਤਰ ਵੈਦ ਵਾਂਗ ਮੇਰੀ ਸਾਰੇ ਸੰਸਾਰ ਵਿੱਚ ਮਹਿਮਾ ਹੋਵੇ। ਇਸ ਲਈ ਆਪ ਮੇਰੀ ਦਵਾਈ ਦੇ ਵਿੱਚ, ਮੇਰੀ ਵੈਦਗੀ ਦੇ ਵਿੱਚ ਇੰਨੀ ਸ਼ਕਤੀ ਭਰ ਦਿਓ ਕਿ ਕੋਈ ਵੀ ਬਿਮਾਰ ਮੇਰੀ ਦਵਾਈ ਖਾ ਕੇ ਪਲਾਂ ਵਿੱਚ ਠੀਕ ਹੋ ਜਾਵੇ। ਕੋਈ ਵੀ ਮਰੀਜ਼ ਮੇਰੀ ਦਵਾਈ ਜਦ ਖਾ ਲਵੇ ਤਾਂ ਫਿਰ ਉਹ ਉਸ ਬਿਮਾਰੀ ਨਾਲ ਨਾ ਮਰੇ। ਕੋਈ ਵੀ ਮਰੀਜ਼ ਜਦ ਮੇਰੀ ਦਵਾਈ ਖਾ ਲਵੇ ਤਾਂ ਉਹ ਝੱਟ ਰਾਜੀ ਹੋ ਜਾਵੇ ਅਤੇ ਉਸ ਬਿਮਾਰੀ ਨਾਲ ਨਾ ਮਰੇ। ਇੰਨੀ ਸ਼ਕਤੀ ਭਰ ਦਿਓ ਮੇਰੀ ਦਵਾ ਦੇ ਵਿੱਚ, ਮੇਰੀ ਹਕਮਤ ਦੇ ਵਿੱਚ। ਤਾਂ ਪਰਮਾਤਮਾ ਨੇ ਉਸ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਆਖਿਆ ਵੀ ਤਥਾਸਤੂ। ਤਥਾਸਤੂ ਦਾ ਭਾਵ ਕਿ ਇਸ ਤਰ੍ਹਾਂ ਹੀ ਹੋਵੇਗਾ। ਤੇਰੀ ਦਵਾਈ ਖਾ ਕੇ ਕੋਈ ਵੀ ਬਿਮਾਰੀ ਨਾਲ ਨਹੀਂ ਮਰੇਗਾ। ਤੇਰੀ ਦਵਾਈ ਵਿੱਚ ਇੰਨੀ ਤਾਕਤ ਹੋਵੇਗੀ ਕਿ ਇਸ ਨੂੰ ਖਾ ਕੇ ਪੁਰਾਣੇ ਤੋਂ ਪੁਰਾਣੇ ਮਰੀਜ਼ ਵੀ ਠੀਕ ਹੋ ਜਾਣਗੇ। ਇਸ ਤਰ੍ਹਾਂ ਵੈਦ ਪਰਮਾਤਮਾ ਤੋਂ ਵਰ ਲੈ ਕੇ ਘਰ ਆ ਗਿਆ ਅਤੇ ਆਪਣੀ ਹਕੀਮੀ ਸ਼ੁਰੂ ਕਰ ਦਿੱਤੀ। ਉਸ ਦੀ ਦਵਾਈ ਖਾ ਕੇ 15-20 ਸਾਲਾਂ ਦੇ ਪੁਰਾਣੇ ਮਰੀਜ਼ ਠੀਕ ਹੋਣ ਲੱਗੇ। ਲੋਕ ਦੂਰੋਂ ਉਸ ਕੋਲੋਂ ਦਵਾਈ ਲੈਣ ਆਉਣ ਲੱਗੇ ਅਤੇ ਸਭ ਦੇ ਸਭ ਠੀਕ ਹੋਣ ਲੱਗੇ। ਇਸ ਤਰ੍ਹਾਂ ਉਹ ਵੈਦ ਥੋੜ੍ਹੇ ਸਮੇਂ ਵਿੱਚ ਹੀ ਬਹੁਤ ਦੂਰ ਤੱਕ ਮਸ਼ਹੂਰ ਹੋ ਗਿਆ। ਕਿਸੇ ਹੋਰ ਦੇਸ਼ ਦੇ ਰਾਜੇ ਦਾ ਪੁੱਤਰ ਬਿਮਾਰ ਹੋ ਗਿਆ ਅਤੇ ਬੜੇ ਹਕੀਮਾਂ ਨੇ ਦਵਾ ਦਾਰੂ ਕੀਤੀ, ਪਰ ਰਾਜਕੁਮਾਰ ਠੀਕ ਨਾ ਹੋਇਆ। ਰਾਜਕੁਮਾਰ ਦੀ ਬਿਮਾਰੀ ਬਹੁਤ ਲੰਮੀ ਹੋ ਗਈ ਅਤੇ ਲਾਇਲਾਜ ਹੋ ਗਈ ਅਤੇ ਉਹ ਦਿਨੋਂ ਦਿਨ ਕਮਜ਼ੋਰ ਹੋਣ ਲੱਗਾ। ਜਦ ਰਾਜੇ ਦੇ ਹਕੀਮਾਂ ਰਾਹੀਂ ਉਸ ਵੈਦ ਦੀ ਮਹਿਮਾ ਰਾਜੇ ਦੇ ਕੰਨੀ ਪਈ ਤਾਂ ਉਸਨੇ ਆਪਣੇ ਬੰਦੇ ਅਤੇ ਇੱਕ ਪਾਲਕੀ ਭੇਜ ਕੇ ਬੜੇ ਹੀ ਸਤਿਕਾਰ ਦੇ ਨਾਲ ਉਸ ਵੈਦ ਨੂੰ ਆਪਣੇ ਪਾਸ ਬੁਲਾਇਆ ਅਤੇ ਆਪਣੇ ਬੱਚੇ ਦੇ ਬਿਮਾਰ ਹੋਣ ਦੀ ਸਾਰੀ ਵਾਰਤਾ ਸੁਣਾਈ। ਵੈਦ ਨੇ ਰਾਜੇ ਨੂੰ ਆਖਿਆ ਕਿ ਹੇ ਰਾਜਾ ਸਾਹਿਬ, ਆਪ ਫਿਕਰ ਨਾ ਕਰੋ, ਰਾਜਕੁਮਾਰ ਬਿਲਕੁਲ ਠੀਕ ਹੋ ਜਾਵੇਗਾ। ਇਹ ਬਿਮਾਰੀ ਤਾਂ ਕੁਝ ਵੀ ਨਹੀਂ। ਮੇਰੀ ਦਵਾਈ ਨਾਲ ਤਾਂ ਵੱਡੇ ਮਰੀਜ਼ ਠੀਕ ਹੋ ਗਏ ਹਨ। ਬਸ ਮੈਂ ਦਵਾਈ ਦੇਵਾਂਗਾ ਅਤੇ ਰਾਜਕੁਮਾਰ ਨੇ ਠੀਕ ਹੋ ਜਾਣਾ। ਰਾਜਾ ਬੜੇ ਹੀ ਸਤਿਕਾਰ ਨਾਲ ਵੈਦ ਨੂੰ ਮਹਿਲਾਂ ਵਿੱਚ ਲੈ ਕੇ ਗਿਆ ਅਤੇ ਬਾਲਕ ਨੂੰ ਦਿਖਾਇਆ। ਵੈਦ ਨੇ ਉਸ ਦੀ ਨਬਜ਼ ਦੇਖੀ ਅਤੇ ਆਪਣੇ ਥੈਲੇ ਵਿੱਚੋਂ ਇੱਕ ਗੋਲੀ ਕੱਢ ਕੇ ਰਾਜਕੁਮਾਰ ਦੇ ਮੂੰਹ ਵਿੱਚ ਪਾ ਦਿੱਤੀ ਅਤੇ ਉੱਤੋਂ ਪਾਣੀ ਦੀ ਘੁੱਟ ਪਿਲਾ ਦਿੱਤੀ। ਮੂੰਹ ਵਿੱਚ ਪਾਇਆ ਪਾਣੀ ਇੱਕਦਮ ਬਾਹਰ ਆ ਗਿਆ ਅਤੇ ਦੇਖਦਿਆਂ ਹੀ ਰਾਜਕੁਮਾਰ ਦੀ ਮੌਤ ਹੋ ਗਈ। ਇਹ ਦੇਖ ਕੇ ਰਾਜੇ ਨੂੰ ਬਹੁਤ ਦੁੱਖ ਹੋਇਆ ਅਤੇ ਵੈਦ ਉੱਤੇ ਗੁੱਸਾ ਆਇਆ।
ਉਸਨੇ ਵੈਦ ਨੂੰ ਆਖਿਆ ਕਿ ਤੂੰ ਇਹ ਕੀ ਕੀਤਾ, ਮੇਰੇ ਪੁੱਤ ਨੂੰ ਗਲਤ ਦਵਾਈ ਦੇ ਕੇ ਮਾਰ ਦਿੱਤਾ। ਉਂਝ ਭਾਵੇਂ ਮੇਰਾ ਬੇਟਾ 4 ਦਿਨ ਹੋਰ ਜਿੰਦਾ ਰਹਿੰਦਾ, ਪਰ ਤੇਰੀ ਦਵਾਈ ਨਾਲ ਤਾਂ ਹੁਣੇ ਹੀ ਮਰ ਗਿਆ। ਇਹ ਕਹਿ ਕੇ ਰਾਜੇ ਨੇ ਉਸ ਵੈਦ ਨੂੰ ਧੱਕੇ ਦੇ ਕੇ ਤੇ ਬਹੁਤ ਹੀ ਅਪਮਾਨਿਤ ਕਰਕੇ ਮਹਿਲਾਂ ਵਿੱਚੋਂ ਬਾਹਰ ਕੱਢ ਦਿੱਤਾ। ਉਸ ਵੈਦ ਨੇ ਸ਼ਹਿਰ ਤੋਂ ਬਾਹਰ ਆ ਕੇ ਪ੍ਰਮਾਤਮਾ ਅੱਗੇ ਸ਼ਿਕਾਇਤ ਕੀਤੀ, ਪ੍ਰਾਰਥਨਾ ਕੀਤੀ ਕਿ ਹੇ ਪ੍ਰਭੂ, ਤੂੰ ਮੈਨੂੰ ਝੂਠਾ ਵਰ ਦਿੱਤਾ। ਤੂੰ ਤਾਂ ਕਿਹਾ ਸੀ ਕਿ ਤੇਰੀ ਦਵਾਈ ਖਾ ਕੇ ਕੋਈ ਨਹੀਂ ਮਰੇਗਾ, ਕੋਈ ਵੀ ਬਿਮਾਰ ਨਹੀਂ ਮਰੇਗਾ ਤੇਰੀ ਦਵਾਈ ਖਾ ਕੇ, ਪਰ ਅੱਜ ਇਸ ਰਾਜੇ ਦਾ ਲੜਕਾ ਮੇਰੀ ਦਵਾਈ ਮੂੰਹ ਵਿੱਚ ਪਾਉਂਦਿਆਂ ਸਾਰੀ ਹੀ ਮਰ ਗਿਆ। ਰਾਜੇ ਨੇ ਮੈਨੂੰ ਬਹੁਤ ਅਪਮਾਨਿਤ ਕਰਕੇ ਮਹਿਲਾਂ ਵਿੱਚੋਂ ਬਾਹਰ ਕੱਢ ਦਿੱਤਾ। ਕਿੱਥੇ ਤਾਂ ਉਹ ਮਹਿਲਾਂ ਵਿੱਚ ਮੈਨੂੰ ਬੜੀ ਇੱਜ਼ਤ ਨਾਲ ਲੈ ਕੇ ਗਿਆ ਸੀ, ਅਤੇ ਹੁਣ ਮੈਨੂੰ ਧੱਕੇ ਦੇ ਕੇ ਬਾਹਰ ਕੱਢ ਦਿੱਤਾ। ਵੈਦ ਨੂੰ ਪਰਮਾਤਮਾ ਦੀ ਆਵਾਜ਼ ਆਈ, ਹੇ ਵੈਦ, ਹੇ ਵੈਦ, ਮੈਂ ਤੈਨੂੰ ਝੂਠਾ ਵਰ ਨਹੀਂ ਦਿੱਤਾ। ਮੇਰੇ ਵਰ ਦੇ ਨਾਲ ਤੇ ਤੇਰੀ ਦਵਾਈ ਦੇ ਰਾਹੀਂ ਹਜ਼ਾਰਾਂ ਮਰੀਜ਼ ਠੀਕ ਹੋਏ ਹਨ। ਮੇਰੇ ਵਰ ਦੇ ਨਾਲ ਤੇ ਤੇਰੀ ਦਵਾਈ ਦੇ ਨਾਲ ਹਜ਼ਾਰਾਂ ਮਰੀਜ਼ ਠੀਕ ਹੋਏ ਹਨ, ਪਰ ਇਹ ਬੱਚਾ ਤੇਰੀ ਦਵਾਈ ਨਾਲ ਨਹੀਂ ਮਰਿਆ। ਜੀਵਾਂ ਦਾ ਮਰਨ ਜਨਮ ਮੈਂ ਆਪਣੇ ਹੱਥ ਵਿੱਚ ਰੱਖਿਆ ਹੋਇਆ। ਜੀਵਾਂ ਦਾ ਜੰਮਣ ਮਰਨ ਮੈਂ ਆਪਣੇ ਹੱਥ ਵਿੱਚ ਰੱਖਿਆ ਹੋਇਆ। ਕਿਸੇ ਨੇ ਕਦੋਂ ਜੰਮਣਾ ਅਤੇ ਕਿਸੇ ਨੇ ਕਦੋਂ ਮਰਨਾ, ਇਹ ਸਭ ਮੇਰੇ ਹੱਥ ਵਿੱਚ ਹੈ। ਇਸ ਬਾਲਕ ਦਾ ਅੰਤ ਸਮਾਂ ਆ ਗਿਆ ਸੀ, ਜਿਸ ਕਰਕੇ ਤੂੰ ਉਸ ਨੂੰ ਦਵਾਈ ਦੇ ਰਿਹਾ ਸੀ। ਇਸ ਬਾਲਕ ਦਾ ਅੰਤ ਸਮਾਂ ਆ ਗਿਆ ਸੀ, ਜਿਸ ਵੇਲੇ ਤੂੰ ਇਸ ਨੂੰ ਦਵਾਈ ਦੇ ਰਿਹਾ ਸੀ ਨਾ, ਉਹੀ ਵੇਲਾ ਉਸ ਦੀ ਮੌਤ ਦਾ ਸੀ। ਜਦੋਂ ਤੂੰ ਉਸ ਦੇ ਮੂੰਹ ਵਿੱਚ ਗੋਲੀ ਪਾਈ ਅਤੇ ਪਾਣੀ ਪਾਉਣ ਵੇਲੇ ਹੀ ਉਸ ਦੇ ਪ੍ਰਾਣ ਚਲੇ ਗਏ। ਪਾਣੀ ਪਾਉਣ ਵੇਲੇ ਹੀ ਉਸ ਦੇ ਪ੍ਰਾਣ ਚਲੇ ਗਏ, ਭਾਵ ਕਿ ਮੈਂ ਉਸ ਦੇ ਪ੍ਰਾਣ ਲੈ ਲਏ, ਉਸ ਦੇ ਪ੍ਰਾਣ ਹਾਰ ਲਏ। ਮੈਂ ਤੈਨੂੰ ਦਿੱਤਾ ਹੋਇਆ ਆਪਣਾ ਵਚਨ ਵੀ ਪੂਰਾ ਕੀਤਾ ਅਤੇ ਮੌਤ ਦੇ ਨਿਸ਼ਚਿਤ ਸਮੇਂ ਨੂੰ ਵੀ ਬਰਕਰਾਰ ਰੱਖਿਆ। ਮੌਤ ਦਾ ਜਿਹੜਾ ਪਰਮਾਤਮਾ ਨੇ ਸਾਡਾ ਘੜੀ ਪਲ ਮਰਨ ਦਾ ਜਿਹੜਾ ਲਿਖਿਆ ਹੋਇਆ ਨਾ, ਪਰਮਾਤਮਾ ਕਹਿਣ ਲੱਗੇ ਕਿ ਮੈਂ ਉਸ ਘੜੀ ਪਲ ਨੂੰ, ਜਿਹੜਾ ਮੌਤ ਦਾ ਸਮਾਂ ਸੀ, ਉਸ ਨੂੰ ਨਿਸ਼ਚਿਤ ਸਮੇਂ ਉੱਤੇ ਬਰਕਰਾਰ ਰੱਖਿਆ ਤੇ ਤੇਰਾ ਵਚਨ ਵੀ ਪੂਰਾ ਕੀਤਾ। ਜੋ ਤੇਰੀ ਗੋਲੀ ਉਸ ਦੇ ਅੰਦਰ ਚਲੀ, ਜੇ ਤੇਰੀ ਗੋਲੀ ਉਸ ਦੇ ਅੰਦਰ ਚਲੀ ਜਾਂਦੀ ਤਾਂ ਮੇਰੇ ਹੀ ਦਿੱਤੇ ਵਰ ਮੁਤਾਬਕ ਉਸ ਦੀ ਮੌਤ ਨਹੀਂ ਹੋਣੀ ਸੀ। ਇਸ ਲਈ ਮੈਂ ਉਹ ਗੋਲੀ ਲੜਕੇ ਦੇ ਅੰਦਰ ਨਹੀਂ ਜਾਣ ਦਿੱਤੀ ਅਤੇ ਪਹਿਲਾਂ ਹੀ ਉਸ ਦੇ ਪ੍ਰਾਣ ਕੱਢ ਲਏ, ਕਿਉਂਕਿ ਉਹ ਸਮਾਂ ਉਸ ਦੀ ਮੌਤ ਦਾ ਸਮਾਂ ਸੀ। ਜਾ ਅਤੇ ਜਾ ਕੇ ਦੇਖ ਕਿ ਤੇਰੀ ਦਵਾਈ ਅਜੇ ਵੀ ਬਾਲਕ ਦੇ ਮੂੰਹ ਵਿੱਚ ਪਈ ਹੈ, ਅਤੇ ਰਾਜੇ ਨੂੰ ਵੀ ਇਹ ਗੱਲ ਦੱਸ ਕਿ ਤੇਰਾ ਲੜਕਾ ਮੇਰੀ ਦਵਾਈ ਨਾਲ ਨਹੀਂ ਮਰਿਆ। ਇਹ ਤਾਂ ਉਸ ਦਾ ਅੰਤ ਸਮਾਂ ਹੀ ਆ ਗਿਆ ਸੀਗਾ। ਵੈਦ ਨੇ ਆਕਾਸ਼ਵਾਣੀ ਸੁਣ ਕੇ ਰਾਜੇ ਨੂੰ ਸਾਰੀ ਗੱਲ ਜਾ ਦੱਸੀ ਅਤੇ ਫਿਰ ਰਾਜਕੁਮਾਰ ਦੀ ਮ੍ਰਿਤਕ ਦੇਹ ਨੂੰ ਦੇਖਿਆ ਕਿ ਗੋਲੀ ਉਸ ਦੇ ਮੂੰਹ ਵਿੱਚ ਹੀ ਪਈ ਸੀ। ਇਸ ਤਰ੍ਹਾਂ ਰਾਜੇ ਨੂੰ ਵੀ ਤਸੱਲੀ ਹੋ ਗਈ ਕਿ ਮੇਰਾ ਬਾਲਕ, ਮੇਰਾ ਬੱਚਾ ਹਕੀਮ ਦੀ ਦਵਾਈ ਨਾਲ ਨਹੀਂ ਮਰਿਆ, ਇਹ ਤਾਂ ਉਸ ਦਾ ਅੰਤ ਸਮਾਂ ਹੀ ਆ ਗਿਆ ਸੀ। ਸੋ ਸਾਧ ਸੰਗਤ ਜੀ, ਇਸ ਗਾਥਾ ਤੋਂ ਸਾਨੂੰ ਇਹੋ ਸਿੱਖਿਆ ਮਿਲਦੀ ਹੈ ਕਿ ਜਿਸ ਕੀ ਪੂਜੈ ਔਧ ਤਿਸ ਕੋਇ ਨਾ ਰਾਖਈ। ਜਿਸ ਕੀ ਪੂਜੈ ਔਧ ਤਿਸ ਕੋਇ ਨਾ ਰੱਖੇ। ਭਾਈ, ਜਿਸ ਦੀ ਔਧ ਦਾ ਮਤਲਬ ਜਿਸ ਦੀ ਮੌਤ ਪਹੁੰਚ ਜਾਂਦੀ ਹੈ, ਜਿਸ ਦਾ ਅੰਤ ਸਮਾਂ ਆ ਜਾਂਦਾ, ਉਸ ਨੂੰ ਕੋਈ ਨਹੀਂ ਰੱਖ ਸਕਦਾ। ਕਿੱਡਾ ਹੀ ਮਰਜ਼ੀ ਵੱਡਾ ਹਕੀਮ ਹੋਵੇ, ਕਿੱਡਾ ਮਰਜ਼ੀ ਵੱਡਾ ਸਰਜਨ ਹੋਵੇ, ਜਦੋਂ ਮਨੁੱਖ ਦੀ ਮੌਤ ਹੋਣੀ ਹੁੰਦੀ ਹੈ
ਤਾਂ ਬੜੇ ਬੜੇ ਡਾਕਟਰਾਂ, ਬੜੇ ਬੜੇ ਸਰਜਨਾਂ, ਬੜੇ ਬੜੇ ਸਪੈਸ਼ਲਿਸਟਾਂ ਦੇ ਹੱਥ ਦੇ ਵਿੱਚ ਮਰੀਜ਼ ਦੀਆਂ ਨਬਜ਼ਾਂ ਫੜੀਆਂ ਰਹਿ ਜਾਂਦੀਆਂ। ਡਾਕਟਰ ਦੇ ਕੋਲੇ ਖੜਿਆ ਮਰ ਜਾਂਦੇ, ਹੱਥ ਵਿੱਚ ਨਬਜ਼ ਫੜਿਆ ਮਰ ਜਾਂਦੇ, ਆਕਸੀਜਨ ਲੱਗਿਆ ਮਰ ਜਾਂਦੇ ਆ, ਆਪਰੇਸ਼ਨ ਥੀਏਟਰ ਦੇ ਵਿੱਚ ਸਟ੍ਰੈਚਰ 'ਤੇ ਪਏ ਮਰ ਜਾਂਦੇ ਆ, ਜਿਸ ਦੀ ਔਧ ਪੁੱਜ ਜਾਂਦੀ। ਤਾਂ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ, ਜਿਸ ਕੀ ਪੁੱਜੈ ਔਧ ਤਿਸ ਕੋਇ ਨਾ ਰੱਖੀ ਭਾਈ। ਜਿਸ ਦੀ ਮੌਤ ਆ ਜੇ, ਜਿਸ ਦਾ ਅੰਤ ਸਮਾਂ ਆ ਜੇ, ਉਹਨੂੰ ਕੋਈ ਨਹੀਂ ਬਚਾ ਸਕਦਾ, ਉਹਨੂੰ ਕੋਈ ਨਹੀਂ ਰੱਖ ਸਕਦਾ। ਇਸ ਗਾਥਾ ਨੂੰ ਸਿੱਧ ਕਰਨ ਵਾਸਤੇ ਗੁਰਬਾਣੀ ਦਾ ਇੱਕ ਹੋਰ ਪ੍ਰਮਾਣ ਹੈ। ਕਬੀਰ ਜੀ ਦਾ ਬਚਨ ਹੈ, ਕਬੀਰ ਵੈਦ ਕਹੈ ਹਉ ਹੀ ਭਲਾ, ਦਾਰੂ ਮੇਰੇ ਵਸ, ਇਹ ਤੋ ਬਸਤ ਗੋਪਾਲ ਕੀ, ਜਬ ਭਾਵੈ ਲੈ ਖਸ। ਡਾਕਟਰ ਕਹਿੰਦਾ, ਮੈਂ ਬਹੁਤ ਮਸ਼ਹੂਰ ਹਾਂ, ਮੈਂ ਬਹੁਤ ਐਕਸਪਰਟ ਹਾਂ, ਮੈਂ ਸਪੈਸ਼ਲਿਸਟ ਹਾਂ, ਮੈਂ ਹਾਰਟ ਦਾ ਸਪੈਸ਼ਲਿਸਟ ਹਾਂ, ਮੈਂ ਫਲਾਣੀ ਬਿਮਾਰੀ ਦਾ ਸਪੈਸ਼ਲਿਸਟ ਹਾਂ, ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈ, ਮੇਰੇ ਵੱਸ ਵਿੱਚ ਹੈ ਸਾਰਾ ਕੁਛ। ਵੈਦ ਕਹੈ ਹਉ ਹੀ ਭਲਾ, ਮੈਂ ਹੀ ਮਸ਼ਹੂਰ ਹਾਂ, ਮੈਂ ਹੀ ਖਾਸ ਹਾਂ, ਮੈਂ ਹੀ ਭਲਾ ਹਾਂ, ਮੇਰੇ ਵਰਗਾ ਹੋਰ ਕੋਈ ਨਹੀਂ। ਹਰ ਦਾਰੂ ਮੇਰੇ ਵੱਸ ਦਾ ਮਤਲਬ ਹੋ ਗਿਆ, ਹਰ ਮਰਜ਼ ਦੀ ਦਵਾ, ਹਰ ਬਿਮਾਰੀ ਦੀ ਦਵਾ ਮੇਰੇ ਵੱਸ ਵਿੱਚ ਹੈ। ਪਰ ਕਬੀਰ ਜੀ ਕਹਿੰਦੇ, ਇਹ ਤੋਂ ਬਸਤ ਗੋਪਾਲ ਕੀ, ਜਿਹੜੀ ਭਾਈ ਜੀਵਨ ਕਿਰਿਆ, ਜੋ ਮੌਤ ਹੈ, ਜੋ ਸਾਡੇ ਸਵਾਸਾਂ ਦਾ ਅੰਤ ਹੈ, ਇਹ ਸਵਾਸਾਂ ਰੂਪੀ ਵਸਤੂ ਜਿਹੜੀ ਪਰਮਾਤਮਾ ਦੀ ਅਮਾਨਤ ਹੈ। ਜਬ ਭਾਵੈ ਲੈ ਖਸ, ਉਹ ਪਰਮਾਤਮਾ ਜਦੋਂ ਮਰਜ਼ੀ ਸਾਡੇ ਕੋਲੋਂ ਖੋ ਸਕਦਾ। ਇਹ ਕਿਸੇ ਵੈਦ ਦੇ ਵੱਸ ਦੀ ਗੱਲ ਨਹੀਂ, ਕਿਸੇ ਵੈਦ ਦੀ ਦਵਾਈ ਦਾਰੂ ਦੀ ਵੱਸ ਦੀ ਗੱਲ ਨਹੀਂ। ਸੋ ਇਸ ਵਾਸਤੇ ਭਾਈ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੀ ਮੌਤ ਹੈ ਨਾ, ਉਹ ਅਨੇਕਾਂ ਤਰੀਕਿਆਂ ਦੇ ਨਾਲ ਆਉਂਦੀ, ਕਿਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕਬੀਰ ਜੀ ਆਖਦੇ ਹਨ ਕਿ ਸਾਡੇ ਸਰੀਰ ਵਿੱਚ ਜਿੰਦ ਤਾਂ ਪ੍ਰਭੂ ਦੀ ਅਮਾਨਤ ਹੈ, ਜਦੋਂ ਚਾਹੁੰਦਾ ਹੈ ਤਾਂ ਇਸ ਸਰੀਰ ਵਿੱਚੋਂ ਕੱਢ ਲੈਂਦਾ। ਵੈਦ ਤੇ ਡਾਕਟਰ ਮਰੀਜ਼ ਦੇ ਕੋਲੇ ਖੜੇ ਰਹਿ ਜਾਂਦੇ ਆ, ਉਹਨਾਂ ਦੇ ਹੱਥਾਂ ਵਿੱਚ ਮਰੀਜ਼ ਦੀਆਂ ਨਬਜ਼ਾਂ ਫੜੀਆਂ ਰਹਿ ਜਾਂਦੀਆਂ। ਸੋ ਇਸ ਤਰ੍ਹਾਂ ਸਾਹਿਬ ਜੀ ਕਹਿੰਦੇ ਹਨ ਕਿ ਅਨਕ ਜਤਨ ਕਰ ਕਾਲ ਸੰਤਾਏ, ਮਰਨ ਰਖਾਏ ਮੰਡਲ ਮੇ ਆਏ। ਜਦੋਂ ਮਰਨਾ ਹੈ ਤਾਂ ਮਰਨਾ ਹੀ ਹੈ, ਉਸ ਨੂੰ ਕੋਈ ਨਹੀਂ ਬਚਾ ਸਕਦਾ। ਪਰ ਮੌਤ ਆਉਂਦੀ ਕਿਹੜੇ ਰੂਪ ਦੇ ਵਿੱਚ ਹੈ, ਕਦੋਂ ਆਉਣਾ, ਕਿਵੇਂ ਆਉਣਾ, ਕਿਹੜੇ ਵੇਲੇ ਆਉਣਾ, ਕਿਸ ਤਰੀਕੇ ਨਾਲ ਆਉਣਾ, ਇਹ ਵਾਹਿਗੁਰੂ ਨੂੰ ਪਤਾ। ਜਿਵੇਂ ਹੁਣ ਆਪਾਂ ਰਾਜੇ ਪ੍ਰੀਸ਼ਤ ਦਾ ਪ੍ਰਮਾਣ ਵੀ ਲੈ ਲਈਏ ਇੱਕ, ਕਿ ਜਦ ਸ੍ਰਿੰਗੀ ਰਿਖੀ ਨੇ ਰਾਜੇ ਪ੍ਰੀਸ਼ਤ ਨੂੰ ਆਖਿਆ ਕਿ ਅੱਜ ਤੋਂ 7 ਦਿਨਾਂ ਬਾਅਦ ਤਸ਼ਕ ਨਾਗ ਦੇ ਡੰਗ ਮਾਰਨ ਨਾਲ ਤੇਰੀ ਮੌਤ ਹੋ ਜਾਣੀ ਆ, ਤਾਂ ਰਾਜੇ ਪ੍ਰੀਸ਼ਤ ਨੇ ਮੌਤ ਤੋਂ ਬਚਣ ਵਾਸਤੇ ਪਾਣੀ ਨਾਲ ਭਰੇ ਤਲਾਬ ਵਿੱਚ ਸ਼ੀਸ਼ੇ ਦਾ ਇੱਕ ਮਕਾਨ ਬਣਾ ਲਿਆ ਅਤੇ ਉਸ ਦੇ ਵਿੱਚ ਰਹਿਣ ਲੱਗਾ। ਉਸ ਮਕਾਨ ਦੇ ਅੰਦਰ ਮੱਛਰ, ਮੱਖੀ ਜਾਂ ਕੀੜੀ ਵੀ ਨਹੀਂ ਜਾ ਸਕਦੀ ਸੀ। ਸੱਪ ਨੂੰ ਭਜਾਉਣ ਵਾਸਤੇ ਮੰਤਰਾਂ ਦਾ ਜਾਪ ਕਰਾਉਣ ਲੱਗਾ। ਉਸਨੇ ਆਪਣੀ ਸੁਰੱਖਿਆ ਤੇ ਜੀਵਨ ਗਤੀ ਵਾਸਤੇ ਸ਼੍ਰੀਮਦ ਭਾਗਵਤ ਦਾ ਪਾਠ ਵੀ ਰਖਵਾ ਲਿਆ। ਤਲਾਅ ਦੇ ਆਸ-ਪਾਸ ਸਖਤ ਪਹਿਰੇ ਵੀ ਲਗਵਾ ਦਿੱਤੇ ਤਾਂ ਕਿ ਕੋਈ ਵੀ ਮਨੁੱਖ ਜਾਂ ਸੱਪ ਤਲਾਅ ਵਿੱਚ ਨਾ ਵੜ ਸਕੇ। 7 ਦਿਨਾਂ ਬਾਅਦ ਜਦ ਸ਼੍ਰੀਮਦ ਭਾਗਵਤ ਦੇ ਪਾਠ ਦਾ ਭੋਗ ਪੈਣਾ ਸੀ, ਤਾਂ ਬਾਹਰੋਂ ਪ੍ਰਸ਼ਾਦ ਵਜੋਂ ਫੁੱਲ ਮੰਗਵਾਏ ਗਏ। ਮੌਤ ਰੂਪੀ ਤਛਕ ਨਾਗ ਇੱਕ ਮੱਛਰ ਦਾ ਰੂਪ ਧਾਰਨ ਕਰਕੇ ਇੱਕ ਫੁੱਲ ਵਿੱਚ ਬੈਠ ਗਿਆ। ਪਹਿਰੇਦਾਰਾਂ ਨੇ ਫੁੱਲਾਂ ਦਾ ਚੰਗੀ ਤਰ੍ਹਾਂ ਨਿਰੀਖਣ ਕਰਕੇ ਅੰਦਰ ਜਾਣ ਦੇ ਦਿੱਤਾ। ਜਦ ਮਦ ਭਾਗਵਤ ਦਾ ਭੋਗ ਪਿਆ ਤਾਂ ਪੰਡਤ ਨੇ ਪ੍ਰਸ਼ਾਦ ਵਜੋਂ ਰਾਜੇ ਪ੍ਰੀਸ਼ਤ ਨੂੰ ਇੱਕ ਫੁੱਲ ਦਿੱਤਾ। ਰਾਜੇ ਨੇ ਉਹ ਫੁੱਲ ਸਤਿਕਾਰ ਵਜੋਂ ਜਦ ਆਪਣੇ ਮੱਥੇ ਨਾਲ ਲਾਇਆ ਤਾਂ ਤਛਕ ਨਾਗ ਨੇ ਇੱਕਦਮ ਸੱਪ ਦਾ ਰੂਪ ਧਾਰਨ ਕਰ ਲਿਆ ਅਤੇ ਰਾਜੇ ਦੇ ਮੱਥੇ ਉੱਤੇ ਡੰਗ ਮਾਰਿਆ, ਜਿਸ ਨਾਲ ਰਾਜਾ ਪ੍ਰੀਸ਼ਤ ਥਾਈ ਮਰ ਗਿਆ। ਉਸ ਦੀ ਉੱਥੇ ਹੀ ਮੌਤ ਹੋ ਗਈ ਉਸੇ ਵਕਤ। ਸੋ ਸੰਗਤ ਜੀ,
ਇਨਸਾਨ ਮੌਤ ਤੋਂ ਬਚਣ ਵਾਸਤੇ ਕਿੰਨੇ ਹੀ ਯਤਨ ਕਰ ਲਵੇ, ਪਰ ਨਿਸ਼ਚਿਤ ਸਮੇਂ ਉੱਤੇ ਮਨੁੱਖ ਨੂੰ ਮੌਤ ਆ ਹੀ ਜਾਂਦੀ ਹੈ। ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਕਿ ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤਰ ਦਿਸ ਹੈ, ਬਿਖਮ ਥਾਨ ਬਸੰਤ ਉੱਚ ਹੈ, ਨਹਿ ਸਿਮਰੰਤ ਮਰਨ ਕੰਦਾਚ ਹੈ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤੇ। ਇਹ 3 ਪੰਕਤੀਆਂ ਸੰਸਕ੍ਰਿਤ ਦੀਆਂ, ਸੰਸਕ੍ਰਿਤੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਹੈ, ਇਹ 3 ਪੰਕਤੀਆਂ ਹਨ, ਜਿਸ ਦਾ ਅਰਥ ਹੈ ਕਿ ਜਿਹੜਾ ਮਨੁੱਖ ਮੌਤ ਤੋਂ ਬਚਣ ਵਾਸਤੇ ਬਹੁਤ ਸਾਰੇ ਯਤਨ ਕਰਦਾ, ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤਰ ਦਿਸ ਹੈ। ਜਿਹੜਾ ਮਨੁੱਖ ਮੌਤ ਤੋਂ ਬਚਣ ਵਾਸਤੇ ਬਹੁਤ ਸਾਰੇ ਯਤਨ ਕਰਦਾ, ਉਹ ਆਪ ਵੀ ਬੜਾ ਬਲਵਾਨ ਹੈ ਅਤੇ ਆਪਣੇ ਬਚਾਓ ਵਾਸਤੇ ਚਾਰੇ ਪਾਸੇ ਕਈ ਸੂਰਮੇ ਵੀ ਰੱਖੇ ਹੋਏ ਹਨ, ਜੋ ਹਰ ਵੇਲੇ ਉਸ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਉਹ ਮਨੁੱਖ ਮੌਤ ਤੋਂ ਬਚਣ ਵਾਸਤੇ ਬਹੁਤ ਔਖੀ ਅਤੇ ਉੱਚੀ ਥਾਂ ਉੱਤੇ ਘਰ ਬਣਾ ਕੇ ਰਹਿ ਰਿਹਾ, ਜਿੱਥੇ ਉਸ ਨੂੰ ਮੌਤ ਦਾ ਕਦੇ ਵੀ ਚੇਤਾ ਨਾ ਆਵੇ, ਜਿੱਥੇ ਉਸ ਨੂੰ ਮੌਤ ਦਾ ਕੋਈ ਵੀ ਡਰ ਨਾ ਹੋਵੇ। 5ਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਪਰ ਜਦੋਂ ਮਨੁੱਖ ਦੇ ਮਰਨ ਵਾਸਤੇ ਭਗਵਾਨ ਅਕਾਲ ਪੁਰਖ ਦਾ ਹੁਕਮ ਹੁੰਦਾ, ਤਾਂ ਉਦੋਂ ਇੱਕ ਕੀੜੀ ਵੀ ਉਸ ਦੇ ਪ੍ਰਾਣ ਖਿੱਚ ਲੈਂਦੀ ਹੈ। ਜਿਵੇਂ ਪ੍ਰੀਸ਼ਤ ਰਾਜੇ ਨੇ ਆਪਣੇ ਆਪ ਨੂੰ ਬਚਣ ਵਾਸਤੇ ਕਿੰਨਾ ਯਤਨ ਕੀਤਾ, ਪਰ ਜਿਹੜੀ ਉਹਦੀ ਮੌਤ ਨਿਸ਼ਚਿਤ ਸਮੇਂ ਉੱਤੇ ਲਿਖੀ ਸੀ, ਕਿਸੇ ਵੀ ਤਰੀਕੇ ਦੇ ਨਾਲ ਮੌਤ ਉਹਦੇ ਕੋਲੇ ਪਹੁੰਚ ਹੀ ਗਈ ਅਕਸਰ। ਸੋ ਸੰਗਤ ਜੀ, ਜਿੰਨੇ ਵੀ ਜੀਵ ਸੰਸਾਰ ਉੱਤੇ ਆਏ ਹਨ, ਉਹਨਾਂ ਦਾ ਇੱਕ ਦਿਨ ਮਰਨਾ ਤਾਂ ਨਿਸ਼ਚਿਤ ਹੈ। ਜੋ ਸੰਸਾਰ ਉੱਤੇ ਆਉਂਦਾ ਉਹ ਪਹਿਲਾਂ ਮਰਨਾ ਲਿਖਾ ਕੇ ਆਉਂਦਾ। ਹਰ ਜੀਵ ਦੇ ਮਰਨ ਦਾ ਸਮਾਂ, ਜਗ੍ਹਾ, ਕਦੋਂ ਮਰਨਾ, ਕਿੱਥੇ ਮਰਨਾ, ਕਿਵੇਂ ਮਰਨਾ, ਇਹ ਸਾਰਾ ਕੁਝ ਪ੍ਰਮਾਤਮਾ ਵੱਲੋਂ ਪਹਿਲਾਂ ਹੀ ਤੈਅ ਕੀਤਾ ਗਿਆ। ਪਰ ਇਹਨਾਂ ਗੱਲਾਂ ਦਾ ਦੁਨੀਆ ਦੇ ਕਿਸੇ ਵੀ ਸਿਆਣੇ ਨੂੰ ਪਤਾ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਪਾਵਨ ਬਚਨ ਕੀਤਾ, ਕਿਆ ਜਾਣਾ ਕਿ ਮਰਹੇਂਗੇ ਕੈਸਾ ਮਰਨਾ ਹੋਏ। ਕੋਈ ਨਹੀਂ ਜਾਣਦਾ ਅਸੀਂ ਕਿਵੇਂ ਮਰਾਂਗੇ, ਕਿਸ ਤਰ੍ਹਾਂ ਮਰਾਂਗੇ, ਕਿਸ ਤਰ੍ਹਾਂ ਦਾ ਸਾਡਾ ਮਰਨਾ ਹੋਵੇਗਾ। ਪਾਣੀ ਵਿੱਚ ਡੁੱਬ ਕੇ ਮਰਾਂਗੇ ਅਸੀਂ, ਸਾਨੂੰ ਕੋਈ ਮਾਰ ਦੇਵੇਗਾ, ਅਸੀਂ ਕਿਸੇ ਰੋਡ 'ਤੇ ਐਕਸੀਡੈਂਟ ਨਾਲ ਮਰ ਜਾਵਾਂਗੇ, ਕੀ ਅਸੀਂ ਕਿਸੇ ਬਿਮਾਰੀ ਨਾਲ ਮਰ ਜਾਵਾਂਗੇ, ਕੀ ਕਿਸੇ ਅਸੀਂ ਨਸ਼ੇ ਕਾਰਨ ਮਰ ਜਾਵਾਂਗੇ, ਕੀ ਸਾਡਾ ਕੋਈ ਗਲ ਘੋਟ ਦੇਵੇਗਾ। ਕਿਆ ਜਾਣਾ ਕਿਵੇਂ ਮਰਾਂਗੇ, ਨਹੀਂ ਜਾਣਦੇ ਅਸੀਂ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਨਹੀਂ ਜਾਣਦੇ ਅਸੀਂ ਕਿਸ ਤਰ੍ਹਾਂ ਮਰਾਂਗੇ। ਇਸ ਵਾਸਤੇ ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਪਾਵਨ ਬਚਨ ਕਰਦੇ ਹਨ ਕਿ ਅਨਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮਹਿ ਆਏ। ਸਤਿਗੁਰਾਂ ਜੀ ਦਾ ਇਹ ਪਾਵਨ ਬਚਨ ਸਾਨੂੰ ਵਾਰ-ਵਾਰ ਦੁਹਰਾਉਂਦਾ ਕਿ ਇਹ ਭਾਈ, ਮੌਤ ਦੇ ਆਉਣ ਦੇ ਕਈ ਤਰੀਕੇ ਹੈ, ਮੌਤ ਦੇ ਬਹੁਤ ਰੂਪ ਹਨ, ਮੌਤ ਦੇ ਕਈ ਰੂਪ ਹਨ, ਕਈ ਤਰੀਕਿਆਂ ਦੇ ਨਾਲ ਜੀਵ ਇਸ ਸੰਸਾਰ ਦੇ ਉੱਤੇ ਜਾਂਦਾ, ਪਰ ਜਾਣਾ ਜ਼ਰੂਰ ਹੈ। ਇਹ ਪੱਕਾ ਤੈਅ ਹੈ, ਕਿਉਂਕਿ ਸਤਿਗੁਰਾਂ ਨੇ ਕਿਹਾ ਮਰਨ ਲਿਖਾਏ ਮੰਡਲ ਮਹਿ ਆਏ। ਮੰਡਲ ਮਤਲਬ ਇਹ ਧਰਤੀ, ਇਹ ਮੰਡਲ ਤੇ ਅਸੀਂ ਆਏ ਹਾਂ, ਇਸ ਧਰਤੀ ਤੇ ਆਏ ਹਾਂ, ਆਏ ਮਗਰੋਂ ਆ ਪਰ ਮਰਨਾ ਪਹਿਲਾਂ ਲਿਖਾ ਕੇ ਆਏ ਹਾਂ। ਸੋ ਇਹ ਸਤਿਗੁਰਾਂ ਜੀ ਦਾ ਪਾਵਨ ਬਚਨ ਹੈ। ਸੋ ਗੁਰੂ ਪਿਆਰੀ ਸਤ ਸੰਗਤ ਜੀ, ਅਸੀਂ ਸਰਵਣ ਕੀਤਾ, ਅੱਜ ਦਾ ਆਪਣਾ ਵਿਸ਼ਾ ਸੀ ਕਿ ਮੌਤ ਦੇ ਬਹੁਤ ਰੂਪ ਹਨ, ਮੌਤ ਦੇ ਕਈ ਰੂਪ ਹਨ, ਮੌਤ ਕਈ ਤਰੀਕਿਆਂ ਨਾਲ ਆਉਂਦੀ ਹੈ। ਸੋ
ਇਸ ਵਿਚਾਰ ਨੂੰ ਅਸੀਂ ਪ੍ਰਮਾਣਾਂ ਸਹਿਤ ਸਰਵਣ ਕੀਤਾ ਹੈ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।